गुड मॉर्निंग एवरीवन सारे इस चैनल पे जेडे भी बच्चे वीडियोस देख रहे हैं उन्होंने बहुत बड़ा थैंक यू क्योंकि वीडियो का रिस्पांस बहुत अच्छा आ रहा है। बच्चे पूरा टाइम वीडियोस देख रहे हैं ते कमेंट करके WhatsApp पे भेज भी रहे हैं कि सर सानू बहुत बढ़िया लग रहा है। मैं सारे थैंक यू करना चाहूँगा जेडे व्यूअर्स है। हाँ जी, एक गल करिए कि आप कल जो टॉपिक किया सीगा दैट वाज वेरी क्रूशियल टॉपिक मीन्स सिंपल कंपाउंड ते कंपलैक्स सेंटेंस हमेशा तो एक इशू रहा है कि बच्चों को लिखना तो आता है बट उन्होंने पता नहीं होगा कि वो जो सेंटेंस उन्होंने लिखा केड़ा। कई बार सिंपल सेंटेंस भी कंपलैक्स वर्गा होंदा है ते कंपलैक्स सेंटेंस भी सिंपल वर्गा होंदा है बट वो की है पहचानना नहीं होता बच्चों को। कल वाली वीडियो तो बाद मैंने स्पेशली बच्चों ने कॉल्स भी आई एक दो बच्चों दी उन्होंने कहा कि सर सानू ओदी रिकॉग्नाइजेशन बहुत अच्छी तरह हो गई है ते कंपीटिटिव एग्जाम दे विच जेडे प्रिपरेशन कर रहे हैं उन्हां नू काफी हेल्प मिली ओदे विच। सो आपां इसी तरह ही जेड़ा अगला टॉपिक है वो भी पूरी क्लैरिटी ते पूरी एक्सप्लेनेशन दे नाल कवर करांगे। हां जी, अपना जेड़ा अगला टॉपिक है दैट इज अबाउट जीरेंट। हां जी स्टूडेंट्स, तो आपां जीरेंट करन तो पहला जीरेंट देखांगे भी पार्ट किस चीज दा है। जेड़ा जीरेंट है ਉਹ ਇੱਕ ਨॉन ਫਿਨਾਈਟ ਨਾਮ ਦੇ ਟੌਪਿਕ ਦਾ ਪਾਰਟ ਹੈ ਤੇ ਨॉन ਫਿਨਾਈਟ ਨੂੰ ਸਮਝਣ ਤੋਂ ਪਹਿਲਾਂ ਆਪਾਂ ਇਹ ਦੇਖਾਂਗੇ ਵੀ ਨॉन ਫਿਨਾਈਟ ਹੁੰਦੀ ਕੀ ਚੀਜ਼ ਹੈ। ਉਹਦੇ ਲਈ ਇੱਕ ਲਿਸਟ ਆਪਣੇ ਕੋਲ ਐਗਜ਼ਾਮਪਲ ਦੀ ਦੇਖੋ। ਆਪਾਂ ਇੱਕ ਸੈਂਟੈਂਸ ਲਿਖਦੇ ਹਾਂ ਸਿੰਪਲ ਜਿਹਾ। ਆਪਾਂ ਇੱਕ ਸੈਂਟੈਂਸ ਲਿਖਿਆ ਆਈ ਐਮ ਰਾਈਟਿੰਗ। ਓਕੇ, ਆਈ ਐਮ ਰਾਈਟਿੰਗ ਲਿਖਿਆ। ਉਸ ਤੋਂ ਬਾਅਦ ਆਪਾਂ ਸਬਜੈਕਟ ਚੇਂਜ ਕਰਤਾ, ਸ਼ੀ ਲਿਖਤਾ। ਹੁਣ ਉੱਥੇ ਸ਼ੀ ਦੇ ਨਾਲ ਫਿਰ ਆਪਾਂ ਸ਼ੀ ਇਜ਼ ਰਾਈਟਿੰਗ ਆ ਗਿਆ। ਫਿਰ ਆਪਾਂ ਸਬਜੈਕਟ ਫੇਰ ਚੇਂਜ ਕਰਤਾ, ਪਲੂਰਲ करता। ਆਪਾਂ ਦੇ ਕਰਤਾ ਦੇ ਆਰ ਰਾਈਟਿੰਗ। ठीक है, ਹੁਣ ਆਪਾਂ ਕੀ ਕੀਤਾ ਆਪਾਂ ਪ੍ਰੈਜ਼ੈਂਟ ਟੈਂਸ ਵਿੱਚ ਲਿਖ ਰਹੇ ਸੀ ਨਾ, ਸਬਜੈਕਟ ਚੇਂਜ ਕਰ ਰਹੇ ਸੀਗੇ। ਹੁਣ ਆਪਾਂ ਟੈਂਸ ਚੇਂਜ ਕਰਤਾ। ਓਕੇ, ਆਪਾਂ ਜਿੱਥੇ ਆਈ ਐਮ ਰਾਈਟਿੰਗ ਸੀ ਉੱਥੇ ਆਈ ਵਾਸ ਰਾਈਟਿੰਗ ਆ ਗਿਆ ਤੇ ਫਿਰ ਆਪਾਂ ਟੈਂਸ ਚੇਂਜ ਕਰਨ ਤੋਂ ਬਾਅਦ ਉਹਨੂੰ ਸਬਜੈਕਟ ਨੂੰ ਪਲੂਰਲ ਕਰਤਾ ਯੂ वर ਰਾਈਟਿੰਗ। ਆਪਾਂ ਕੁਝ ਵੀ ਚੇਂਜ ਕਰ ਰਹੇ ਹਾਂ, ਸਬਜੈਕਟ ਚੇਂਜ ਕਰ ਰਹੇ ਹਾਂ या टेंस चेंज कर रहे हैं या कंटेंट चेंज करते हैं या कंटेक्स्ट चेंज करते हैं तो एक चीज ਨੂੰ फर्क पै रहा है जो कि है हेल्पिंग वर्ब। सो इस चीज ਨੂੰ फर्क पै रहा है ना, ਜਿਹੜੀ ਚੀਜ਼ ਨੂੰ फर्क पै रहा है ਜਦੋਂ ਆਪਾਂ ਕੁਝ ਚੇਂਜ ਕਰਦੇ ਹਾਂ ਉਹਨੂੰ ਫਿਨਾਈਟ ਕਹਿੰਦੇ ਆ। ਕੀ ਕਹਿੰਦੇ ਆ ਉਹਨੂੰ? ਫਿਨਾਈਟ। ਫਿਨਾਈਟ ਨੂੰ ਉਹਦੇ ਫਿਨਿਟ ਵੀ ਕਹਿ ਦਿੰਦੇ ਆ। ਓਕੇ, ਸੋ ਜਿਹੜੀ ਚੀਜ਼ ਨੂੰ फर्क नहीं पै रहा दैट इज राइटिंग। हरेक चाहे तुसी टेंस चेंज करी जाओ, चाहे कंटेक्स्ट चेंज करी जाओ, चाहे सब्जेक्ट चेंज करी जाओ, ਤੁਹਾਡੀ ਇਸ वर्ड ਨੂੰ फर्क नहीं पै रहा। ਇਹਨੂੰ ਆਪਾਂ ਕੀ ਕਹਾਂਗੇ? नॉन फिनाइट। ओके, सो एक पॉइंट ਦਾ ਤੁਹਾਡਾ ਕਲੀਅਰ ਹੋ ਗਿਆ ਕਿ ਤੁਹਾਨੂੰ ਇਨ ਇੰਗਲਿਸ਼ ਕੋਈ ਵੀ ਪੁੱਛਦਾ ਕਿ ਫਿਨਾਈਟ ਤੇ ਨॉन ਫਿਨਾਈਟ ਕੀ ਚੀਜ਼ ਹੁੰਦੀ ਹੈ ਸੋ ਯੂ ਵੁੱਡ ਹੈਵ ਅ ਕਲੀਅਰ ਕੱਟ ਆਨਸਰ दैट thing which changes according to the tense, according to the subject, according to the content, according to the context, that is called finite, and that doesn't change is called non-finite. Okay, this is very clear cut answer। but ਜਿਹੜੀ ਚੀਜ਼ ਨਹੀਂ ਬਦਲਦੀ ਉਹਨੂੰ non finite ਕਹਿੰਦੇ ਆ। ਹੁਣ ਜੇਕਰ ਆਪਾਂ finite ਦੀ ਗੱਲ ਕਰੀਏ ਤਾਂ finite helping verbs ਵਿੱਚ ਆਉਂਦਾ but non finite ਹੈ ਜਿਹੜੀ ਇਹ ਮੇਨ ਵਰਬਲ ਦੇ ਵਿੱਚ ਆ ਗਈ। ਆਪਾਂ ਇਹਦੇ ਅੱਗੇ ਕੁਝ ਪਾਰਟਸ ਕਰਾਂਗੇ, ਇਹਦੇ ਵਿੱਚ ਹੀ ਆਪਣਾ ਜੀਰੈਂਟ ਦਾ ਪਾਰਟ ਆਏਗਾ। ਹਾਂਜੀ ਸਟੂਡੈਂਟਸ, ਤਾਂ ਆਪਣੇ ਕੋਲੇ ਜਿਹੜੀ ਅੱਗੇ ਐਗਜ਼ਾਮਪਲ ਹੈਗੀ ਹੈ ਕਿ ਆਪਾਂ ਨॉन ਫਿਨਾਈਟ ਦੀਆਂ ਪਾਰਟਸ ਕਰਾਂਗੇ। ਇਹਨਾਂ ਦੇ ਨਾਮ ਵੇਖ ਕੇ ਉਲਝਣਾ ਨਹੀਂਗਾ ਕਿ ਹਾਂ ਵੀ ਆਹ ਕੀ ਚੀਜ਼ ਹੈ ਸਾਡੇ ਕਿਸ ਕੰਮ ਦੀਆਂ, ਪਰ ਇਹਨਾਂ ਤੋਂ ਬਾਅਦ ਜਿਹੜੀਆਂ ਐਗਜ਼ਾਮਪਲਸ ਬਣ ਗਈਆਂ ਇਹਨਾਂ ਤੋਂ ਬਾਅਦ ਜਿਹੜੀਆਂ ਆਪਣੇ ਕੋਲੇ ਆਊਟਪੁੱਟ ਆਏਗੀ ਫਿਰ ਤੁਸੀਂ ਕਹੋਗੇ ਵੀ ਹਾਂ ਆਹ ਚੀਜ਼ ਵਾਕਈ ਸਾਡੇ ਕੰਮ ਦੀ ਹੈ, ਵੇਖਣ ਵਾਲੀ ਚੀਜ਼ ਹੈ। ਅਸੀਂ ਪਹਿਲਾਂ ਇਹ ਲਰਨ ਕਿਉਂ ਨਹੀਂ ਕੀਤੀ? पहले नाम ਤੇ ਨਾ ਜਾਓਗੇ ਕਿਤੇ ਉੱਥੇ ਨਾਮ ਲਿਖੇ ਕੁਝ ਵੀ ਲਿਖਿਆ ਨਾ, ਇਟਸ ਨਾਟ ਮਚ ਡਿਫਿਕਲਟ। ਓਕੇ, ਆਪਣੇ ਕੋਲ ਨॉन ਫਿਨਾਈਟ ਦੇ ਤਿੰਨ ਪਾਰਟ ਹੈ, ਇੱਕ ਇਨਫਿਨਿਟਿਵ, ਇੱਕ ਜੀਰੈਂਟ, ਇੱਕ ਪਾਰਟਿਸਿਪਲਸ। ਓਕੇ, ਮੇਬੀ ਕਈਆਂ ਨੇ ਨਾਮ ਸੁਣੇ ਹੋਣਗੇ ਤੇ ਕਈਆਂ ਨੇ ਨਹੀਂ ਸੁਣੇ ਹੋਣਗੇ। ਜੀਰੈਂਟ ਨੂੰ ਆਪਾਂ ਜੇਕਰ ਕਹਿਣਾ ਗਰਾਊਂਡ ਵੀ ਕਹਿ ਸਕਦੇ ਹਾਂ, ਇਟ ਕੈਨ ਬੀ ਆਲਸੋ ਕਾਲਡ ਗਰਾਊਂਡ। ਓਕੇ, ਇਹ ਜੀਰੈਂਟ ਆਪਾਂ ਨੂੰ ਔਖਾ ਲੱਗਦਾ ਕਹਿਣਾ ਤਾਂ। ਸੋ व्हाट इज द ऑप्शन? ਆਪਾਂ ਪਹਿਲਾਂ ਇਨਫਿਨਿਟਿਵ ਕਰਾਂਗੇ, ਸਿਰਫ ਦੋ ਐਗਜ਼ਾਮਪਲ ਕਰਾਂਗੇ that you get proper clarity। ਓਕੇ, ਸੋ ਆਪਣੇ ਕੋਲੇ ਇਨਫਿਨਿਟਿਵ ਆ ਗਿਆ। ਇਨਫਿਨਿਟਿਵ ਦੇ ਨਾਲ ਦੋ ਪਾਰਟ ਆ ਜੋ ਕਿ ਬਿਲਕੁਲ ਈਜ਼ੀ ਹੈ। ਇੱਕ ਦੇ ਵਿੱਚ ਆਪਾਂ ਕੀ ਕਰਦੇ ਆ ਬੇਅਰ ਇਨਫਿਨਿਟਿਵ ਦੇ ਵਿੱਚ ਕਿ ਆਪਾਂ ਵਰਬ ਦੀ ਫਰਸਟ ਫਾਰਮ ਲਗਾਉਣੀ ਹੈ। सिर्फ
वर्ब दी फर्स्ट फॉर्म लगावांगे और कुछ नहीं लगाउणागा डायरेक्ट सेंटेंस नाल केड़ी टाइप दे सेंटेंस होणगे ਆਪਾਂ करते हैं जेड़ा टू इन्फिनिटिव है ਇਹਦੇ ਵਿੱਚ टू लगा के वर्ब दी फर्स्ट फॉर्म लगावांगे सो लेट्स हैव एन एग्जांपल जेड़ा बेयर इन्फिनिटिव है ਇਹਦੇ किस तरह ਨਾਲ एग्जांपल लगे देखो कई बारी ਆਪਾਂ ਕਿਸੇ ਨੂੰ ਨਾ ਆਪਾਂ ਨੂੰ ਇਹ ਤਾਂ ਪਤਾ ਵੀ ਰੋਣ ਦੀ ਇੰਗਲਿਸ਼ ਕੀ ਹੁੰਦੀ ਹੈ ਆਪਾਂ ਨੂੰ ਪਤਾ ਨਾ ਰੋਣ ਦੀ ਇੰਗਲਿਸ਼ ਕੀ ਹੁੰਦੀ ਬਈ ਕਰਾਈ ਹੱਸਣ ਦੀ ਇੰਗਲਿਸ਼ ਕੀ ਹੁੰਦੀ ਹੈ ਹੱਸਣਾ ਆਪਾਂ ਨੂੰ ਰੋਣ ਦੀ ਇੰਗਲਿਸ਼ ਤਾਂ ਪਤਾ ਹੈ ਪਰ ਆਪਾਂ ਨੂੰ ਰਵਾਉਣ ਦੀ ਇੰਗਲਿਸ਼ ਨਹੀਂ ਪਤਾ ਓਕੇ ਯੈਸ ਵੈਰੀ ਗੁੱਡ ਆਪਾਂ ਨੂੰ ਇਹ ਤਾਂ ਪਤਾ ਵੀ ਹੱਸਣਾ ਕਿਹਨੂੰ ਕਹਿੰਦੇ ਆ ਬਟ ਆਪਾਂ ਨੂੰ ਇਹ ਨਹੀਂ ਪਤਾ ਵੀ ਹਸਾਉਣ ਨੂੰ ਕੀ ਕਹਿੰਦੇ ਆ ਓਕੇ ਸੋ ਆਪਾਂ ਪਹਿਲਾਂ ਬੇਅਰ ਇਨਫਿਨਿਟਿਵ ਨਾਲ ਇਹਨਾਂ ਦੇ ਐਗਜ਼ਾਮਪਲ ਕਰਾਂਗੇ ਕੀ ਐਗਜ਼ਾਮਪਲ ਨੇ ਕਿ ਇੱਥੇ ਕੀ ਚੀਜ਼ ਹੈ I made him cry so ਇੱਥੇ ਜੋ ਵੀ ਤੁਸੀਂ ਕੰਮ ਕਰਦੇ ਹੋ I made him cry ਮੈਂ ਉਸ ਨੂੰ ਰਵਾਇਆ ਜੇਕਰ ਮੇਕ ਕਹੋਗੇ ਤਾਂ ਮੈਂ ਉਸ ਨੂੰ ਰਵਾਉਂਦਾ I made him cry I made him cry मतलब कि मैं ਉਸ ਨੂੰ ਰਵਾਇਆ ਕਿਹੜੀ ਫਾਰਮ ਲੱਗੀ ਹੈ फर्स्ट फॉर्म कोई टू तो नहीं लग गया इतने हाँ जी नेक्स्ट की आ गया I made him laugh मैं उसनु हसाया इस तो बाद बहुत इंपॉर्टेंट चीज आएगी वो कहते ना कि मैनू समझाओ आपा ये नहीं कहते कि प्लीज अंडरस्टैंड कहांगे तो आपा कहांगे भी समझो जेकर आपा कहांगे कि मैनू समझाओ आपा कहांगे प्लीज मेक मी अंडरस्टैंड सो जदों भी ਆਪਾਂ ਇਸ ਤਰੀਕੇ ਨਾਲ ਕੋਈ ਗੱਲ ਕਹਿਣੀ ਹੈ ਤਾਂ ਆਪਾਂ ਬੇਅਰ ਇਨਫਿਨਿਟਿਵ ਦਾ ਇਸਤੇਮਾਲ ਕਰਦੇ ਹਾਂ ਇਹਦੀਆਂ ਦੋ ਐਗਜ਼ਾਮਪਲ ਹੋਰ ਦੇਖ ਲਓ ਤੁਹਾਨੂੰ ਜ਼ਿਆਦਾ ਕਲੀਅਰ ਹੋ ਜਾਏਗਾ ਕਈ ਵਾਰੀ ਨਾ ਆਪਾਂ ਪਰਸਨਲ ਲਾਈਫ ਦੇ ਵਿੱਚ ਗੱਲ ਕਰਦੇ ਆ ਵੀ ਆਜੋ ਚਾਹ ਪੀਣ ਚੱਲ ਗਏ ਜਾਂ ਆਜੋ ਬਾਜ਼ਾਰ ਚੱਲ ਗਏ ਓਕੇ ਉਦੋਂ ਵੀ ਆਪਾਂ ਬੇਅਰ ਇਨਫਿਨਿਟਿਵ मतलब कि वर्ब ਦੀ ਫਰਸਟ ਫਾਰਮ ਨੂੰ ਡਾਇਰੈਕਟਲੀ ਯੂਜ਼ ਕਰਨਾ ਜਿਵੇਂ ਆਪਾਂ ਕਹਾਂਗੇ ਲੈਟਸ ਗੋ ਟੂ ਮਾਰਕੀਟ लेट्स गो टू मार्केट जब आप कहेंगे लेट्स कंप्लीट अवर वर्क चलो भी आप अपना काम कंप्लीट कर लिए सो दीज आर वेरी सिंपल एग्जांपल्स जा इस तो अलावा एक और चीज है जिथे बेयर इन्फिनिटिव का इस्तेमाल होएगा जब आप किसी को कहने ना कि मैनू आ काम कर लैन दो मैनू आह काम कर लैन दो ਉੱਥੇ ਵੀ ਆਪਾਂ फर्स्ट फॉर्म ਦਾ ਇਸਤੇਮਾਲ ਕਰਦੇ ਆ ਬੇਅਰ ਇਨਫਿਨਿਟਿਵ ਦੇ ਥਰੂ ਜਿਵੇਂ ਕਿ ਆਪਾਂ ਕਹਿੰਦੇ ਕਿ ਮੈਨੂੰ ਬੋਲਣ ਦਿਓ ਲੈਟ ਮੀ ਸਪੀਕ ਓਕੇ ਲੈਟ ਮੀ ਸਪੀਕ ਜਾਂ ਆਪਾਂ ਕਹਿੰਦੇ ਆ ਕਿ ਮੈਨੂੰ ਇਹ ਚੀਜ਼ ਰਾਈਟ ਕਰ ਲੈਣ ਦਿਓ ਮੈਂ ਕਹੂੰਗਾ ਲੈਟ ਮੀ ਰਾਈਟ ਕੋਈ ਵੀ ਸਿੰਪਲ ਵਰਬ ਲਗਾਓ ਤੁਹਾਨੂੰ ਜੇਕਰ ਵਰਬ ਆਉਂਦੀ ਹੈ ਤਾਂ ਸਿੰਪਲੀ ਲੈਟ ਮੀ ਲੈਟਸ ਨਾ ਲਗਾਓ ਜਾਂ ਮੇਡ ਮੀ ਨਾ ਲਗਾਓ ਠੀਕ ਹੈ ਆਪਾਂ ਉਹ ਚੀਜ਼ ਨੂੰ बहुत क्लियर कट ते इजी वे नाल लर्न कर सकते हैं सो दिस वाज द एग्जांपल ऑफ बेयर इन्फिनिटिव बेयर इन्फिनिटिव तो बाद अपने को आ जाता है टू प्लस वर्ब दी फर्स्ट फॉर्म सॉरी मैंने एग्जांपल नहीं करा दिया 7 एग्जांपल होगा बट ओनी एग्जांपल आप 3-4 करांगे ताकि अपना हां जी स्टूडेंट्स जेड़ा टू इन्फिनिटिव है ओह वाला ਆਪਾਂ ਕਿਸੇ ਦੇ ਨਾਲ ਲਗਾਉਣੇ ਆ ਧਿਆਨ ਨਾਲ ਦੇਖੋ ਕਿਵੇਂ सब तो पहला था ਜਦੋਂ ਦੋ ਵਰਬਸ ਇਕੱਠੀਆਂ ਆ ਜਾਣ ਦੋ ਵਰਬਸ ਬਰਾਬਰ ਤੇ ਆ ਜਾਣ ਤਾਂ ਉਦੋਂ ਆਪਾਂ ਬੇਅਰ ਸੌਰੀ ਟੂ ਇਨਫਿਨਿਟਿਵ ਦਾ ਇਸਤੇਮਾਲ ਕਰਦੇ ਹਾਂ ਜਿਵੇਂ ਕਿ ਆਪਣੇ ਕੋਲ ਦੋ ਵਰਬਸ ਹੈ ਆਪਾਂ ਕਹਿੰਦੇ ਆਈ ਲਾਈਕ ਓਕੇ ਫਿਰ ਆਪਾਂ ਕਹਿੰਦੇ ਆ ਮੈਨੂੰ ਪਸੰਦ ਹੈ ਕੀ ਕਰਨਾ ਪਸੰਦ ਹੈ ਮੈਨੂੰ ਉੱਥੇ ਜਾਣਾ ਪਸੰਦ ਹੈ ਤਾਂ ਕਹਾਂਗੇ ਆਈ ਲਾਈਕ ਟੂ ਗੋ देयर ਓਕੇ ਸੋ ਦਿਸ ਇਜ਼ ਦ ਐਗਜ਼ਾਮਪਲ ਆਪਣੇ ਕੋਲੇ ਦੋ ਵਰਬਸ ਇਕੱਠੀਆਂ ਆ ਗਈਆਂ ਜਦੋਂ ਇੱਕ ਵਰਬ ਤੁਹਾਡੇ ਕੋਲ ਆ ਗਈ ਜਦੋਂ ਤੁਸੀਂ ਦੂਜੀ ਵਰਬ ਲਗਾਉਣੀ ਹੈ ਉਦੋਂ ਆਪਾਂ ਉਹਨੂੰ ਗੋ ਦੇ ਨਾਲ ਟੂ ਲਗਾ ਕੇ ਲਗਾਵਾਂਗੇ ਕੋਈ ਵੀ ਠੀਕ ਹੈ ਜਿਵੇਂ ਕਿ ਮਾਈ ਫਰੈਂਡ likes to sing songs अपने को फिर दो वर्ब्स आ गए ठीक है माई फ्रेंड लाइक्स टू लगा के फिर वर्ब लावांगे डायरेक्ट नहीं ਆਪਾਂ ਕੋਈ वर्ब लगावांगे ठीक है ਜਦੋਂ ਦੋ ਵਰਬਸ ਇਕੱਠੀਆਂ ਆ ਜਾਣ ਤਾਂ ਜਿਵੇਂ ਲਾਈਕ ਦੇ ਨਾਲ ਸਿੰਗਲ ਲਗਾਇਆ ਤਾਂ ਟੂ ਲਗਾ ਕੇ ਫੇਰ ਲੱਗੇਗਾ
ਇਹਦੀ ਇੱਕ ਐਗਜ਼ਾਮਪਲ ਹੋ ਗਈ। ਉਸ ਤੋਂ ਬਾਅਦ ਜਦੋਂ ਵੀ ਤੁਸੀਂ ਕਿਸੇ ਚੀਜ਼ ਨੂੰ ਡਿਕਲੇਅਰ ਕਰਨਾ ਹੈ, ਡਿਕਲੇਅਰ ਕਰਨ ਦਾ ਮਤਲਬ ਕੀ ਹੈ, ਮੰਨ ਲਓ ਤੁਸੀਂ ਕਿਸੇ ਚੀਜ਼ ਬਾਰੇ ਗੱਲ ਕਹਿਣੀ ਹੈ ਵੀ ਆਹ ਕੰਮ ਬਹੁਤ ਸੌਖਾ ਹੈ, ਆਹ ਕੰਮ ਬਹੁਤ ਔਖਾ ਹੈ, ਆਹ ਕੰਮ ਬਹੁਤ ਗਲਤ ਹੈ, ਆਹ ਕੰਮ ਜਮਾ ਸਹੀ ਹੈ, ਇਹ ਮੇਰਾ ਹੱਕ ਹੈ, ਇਹ ਤੁਹਾਡੀ ਡਿਊਟੀ ਹੈ। ਕੁਝ ਵੀ ਆਪਾਂ ਇਸ ਤਰ੍ਹਾਂ ਦੀ ਕੋਈ ਗੱਲ ਕਹਿਣੀ ਹੈ, ਪਹਿਲਾਂ ਉਹ ਗੱਲ ਕਵਾਂਗੇ, ਫਿਰ ਆਪਾਂ ਕਹਿੰਦੇ ਵੀ ਕੀ ਸਹੀ ਹੈ ਜਾਂ ਕੀ ਸੌਖਾ ਹੈ, ਉਹ ਆਪਾਂ ਟੂ ਲਗਾ ਕੇ ਕਵਾਂਗੇ। ਐਗਜ਼ਾਮਪਲ ਦੇਖਿਓ, ਇਹਦੀਆਂ ਮੈਂ 3-4 ਐਗਜ਼ਾਮਪਲ ਦੇਵਾਂਗਾ। ਇਟ ਇਜ਼ ਵੈਰੀ ਈਜ਼ੀ, ਇਟ ਇਜ਼ ਵੈਰੀ ਈਜ਼ੀ। ਹੁਣ ਆਪਾਂ ਕਹਾਂਗੇ ਵੀ ਕੀ ਸੌਖਾ ਹੈ, ਕੀ ਕਰਨਾ ਸੌਖਾ ਹੈ। ਇਟ ਇਜ਼ ਵੈਰੀ ਈਜ਼ੀ ਟੂ ਲਰਨ ਇੰਗਲਿਸ਼, इंग्लिश सीखनी बहुत सौखी है। फिर आप कहेंगे इट इज वेरी डिफिकल्ट, की औखा है दसो। इट इज वेरी डिफिकल्ट, की औखा है। इट इज वेरी डिफिकल्ट टू, इट इज वेरी डिफिकल्ट टू लर्न हिंदी, हिंदी सीखनी बहुत औखी है। ओके, कुछ भी चीज मैं लर्न वर्ब लगाई है, ਤੁਸੀਂ ਇੱਥੇ ਕੋਈ ਵੀ ਵਰਬ ਲਗਾ ਸਕਦੇ ਹੋ। ਬਈ ਆਪਾਂ ਕਹਾਂਗੇ ਇਸ ਸੜਕ ਤੇ ਤੁਰਨਾ ਬੜਾ ਔਖਾ ਹੈ। ਇਟ ਇਜ਼ ਵੈਰੀ ਡਿਫਿਕਲਟ ਟੂ ਵਾਕ ਔਨ ਦਿਸ ਰੋਡ, ਇੱਥੇ ਖੜਨਾ, ਲੰਬਾ ਸਮਾਂ ਖੜਨਾ ਬਹੁਤ ਔਖਾ ਹੈ। ਇਟ ਇਜ਼ ਵੈਰੀ ਡਿਫਿਕਲਟ ਟੂ ਸਟੈਂਡ ਫॉर ਅ ਲੌਂਗ ਟਾਈਮ। ਟੂ ਲਗਾ ਕੇ ਜਿਹੜਾ ਵੀ ਵਰਡ ਆਊਗਾ, ਟੂ ਲਗਾ ਕੇ ਅੱਗੇ ਸੈਂਟੈਂਸ ਲੀਡ ਹੋ ਜਾਏਗਾ। ਠੀਕ ਹੈ, ਜਦ ਆਪਾਂ ਕਹਾਂਗੇ ਵੀ ਇੰਜ ਕਰਨਾ ਪਾਪ ਹੈ, ਇਟ ਇਜ਼ ਸਿਨ ਟੂ ਕਿਲ ਦ ਬਰਡਸ, ਪੰਛੀਆਂ ਨੂੰ ਮਾਰਨਾ ਪਾਪ ਹੈ। It is sin, ਅਜਿਹਾ ਕਰਨਾ ਪਾਪ ਹੈ। This is wrong to, this is wrong to, this is wrong to get up late in the morning। ठीक है, भी ये चीज गलत है, देर तक देर नाल उठना। ओके, सो कोई भी एग्जांपल आप ਇਹਦੇ ਵਿੱਚ ਲੈ ਸਕਦੇ ਹਾਂ, ਫਿਟ ਕਰ ਸਕਦੇ ਹਾਂ। This is called to infinitive। ਇਹਦੇ ਵਿੱਚ ਆਪਣੇ ਦੋ ਰੂਲ ਆਏ ਆ। ਪਹਿਲਾ ਰੂਲ ਕੀ ਹੈ ਕਿ ਜਦੋਂ ਦੋ ਵਰਬਸ ਇਕੱਠੀਆਂ ਲੱਗਦੀਆਂ ਉਹ ਆ ਗਿਆ, ਤੇ ਦੂਜਾ ਕੀ ਹੈ, ਇਟ ਇਜ਼ ਵੈਰੀ ਈਜ਼ੀ, ਇਟ ਇਜ਼ ਵੈਰੀ ਡਿਫਿਕਲਟ। ਕਿਸੇ ਵੀ ਚੀਜ਼ ਨੂੰ ਡਿਕਲੇਅਰ ਕਰਨਾ, ਔਖੀ ਸੌਖੀ, ਗਲਤ ਸਹੀ, ਪਾਪ ਪੁੰਨ, ਜੋ ਵੀ ਕਹਿਣਾ ਆਪਾਂ ਇਟ ਇਜ਼ ਲਗਾ ਕੇ ਇਹਨੂੰ ਕਲੀਅਰ ਕਰਾਂਗੇ। ਓਕੇ, ਆਈ ਹੋਪ ਕਿ ਆ ਤੁਹਾਡੇ ਕੋਲੇ ਆ ਚੀਜ਼ ਕਲੀਅਰ ਹੋ ਗਈ ਹੋਗੀ। ਆਪਾਂ ਅੱਜ ਦੀ ਵੀਡੀਓ ਦੇ ਵਿੱਚ ਜ਼ੀਰੋ ਤੇ ਕੰਪਲੀਟ ਕਰਾਂਗੇ, ਕਿਉਂਕਿ ਉਹਦਾ ਇੱਕ ਰੂਲ ਹੀ ਹੈ। ਤੇ ਫਿਰ ਆਪਾਂ ਪਾਰਟਿਸਿਪਲਸ ਜਿਹੜੇ ਤਿੰਨੋਂ, ਇਹ ਆਪਾਂ ਕੱਲ ਦੀ ਵੀਡੀਓ 'ਚ